ਸਰਬੰਸਦਾਨੀ ਸਾਹਿਬ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ 354ਵਾਂ ਪ੍ਰਕਾਸ਼ ਦਿਹਾੜਾ। ਅੱਜ ਅਸੀਂ ਸਿੱਖੀ ਸਿਧਾਂਤਾਂ, ਸਿੱਖ ਫਲਸਫੇ ਤੇ ਉਹਨਾਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਲੈ ਕੇ ਹੀ ਚਰਚਾ ਕਰਾਂਗੇ। ਤੇ ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ ਸ਼ਾਮਲ ਨੇ ਪੰਜਾਬ ਸਰਕਾਰ ਚੋਂ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਸਰਦਾਰ ਕੁਲਬੀਰ ਸਿੰਘ ਸਿੱਧੂ। ਸਰਕਾਰ ਦੀ ਦੇਖ ਰੇਖ ਹੇਠ ਜਦੋਂ 1999 'ਚ ਖਾਲਸਾ ਪੰਥ ਦੀ ਸ਼ਤਾਬਦੀ ਮਨਾਈ ਗਈ ਸੀ 300 ਸਾਲਾ, ਉਸ ਸ਼ਤਾਬਦੀ ਸਮੇਤ 9 ਜਿਹੜੀਆਂ ਸਿੱਖ ਪੰਥ ਨਾਲ, ਸਿੱਖ ਕੌਮ ਨਾਲ, ਸਿੱਖ ਫਲਸਫੇ ਨਾਲ ਜਿਹੜੀਆਂ ਸੰਬੰਧਿਤ ਸ਼ਤਾਬਦੀਆਂ ਸੀ, ਉਹਨਾਂ ਦੀ ਹੀ ਦੇਖ ਰੇਖ ਹੇਠ ਮਨਾਈਆਂ ਗਈਆਂ ਸੀ। ਤੇ ਇਸ ਮੁਤਲਕ ਅਸੀਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਸਰਦਾਰ ਕੁਲਬੀਰ ਸਿੰਘ ਸਿੱਧੂ ਹੋਣਾ ਨਾਲ। ਸਿੱਧੂ ਸਾਹਿਬ, ਅੱਜ ਸਾਹਿਬ ਕਮਾਲ ਜੀ ਦਾ ਪ੍ਰਕਾਸ਼ ਦਿਹਾੜਾ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ, ਮਾਨਵਤਾ ਦੇ ਹੱਕਾਂ ਦੀ ਗੱਲ ਕੀਤੀ, ਪੰਚਾਇਤੀ ਰਾਜ ਦੀ ਗੱਲ ਕੀਤੀ, ਲੋਕ ਰਾਜ ਦੀ ਗੱਲ ਕੀਤੀ। ਪਰ ਇੱਕ ਮੇਰਾ ਮੁੱਢਲਾ ਸਵਾਲ ਆ ਕਿ ਅੱਜ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਇਹ ਅੱਜ ਹੀ ਹੈ ਕਿ ਕਿਉਂਕਿ ਪਹਿਲਾਂ ਵੀ ਅਸੀਂ ਕਈ ਵਿਦਵਾਨਾਂ ਜਾਂ ਕਈ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਹਾਲੇ ਵੀ ਭੰਬਲ ਭੂਸਾ ਕੌਮ ਦੇ ਵਿੱਚ ਜਾਂ ਪਾਇਆ ਗਿਆ, ਜਾਂ ਅਸੀਂ ਹਜੇ ਵੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਆ ਕਿ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਪੁਰਬ ਕਦੋਂ ਸੀ? ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਾਹਿਬ ਕਮਾਲ, ਜਿਨ੍ਹਾਂ ਦੇ 'ਚ ਹਰ ਕਮਾਲ, ਹਰ ਹੁਨਰ ਸੀ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ 'ਤੇ ਤੁਹਾਨੂੰ, ਤੁਹਾਡੇ ਦਰਸ਼ਕਾਂ ਨੂੰ, ਤੁਹਾਡੇ ਸਰੋਤਿਆਂ ਨੂੰ ਲੱਖ ਲੱਖ ਵਧਾਈ ਹੋਵੇ। ਅਗਲੀ ਗੱਲ ਤੁਸੀਂ ਕੀਤੀ ਹੈ ਕਿ ਕੁਝ ਵਿਦਵਾਨਾਂ ਦਾ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਮਤਭੇਦ ਹੈ। ਇਸ ਗੱਲ ਵਿੱਚ ਨਾ ਜਾਂਦੇ ਹੋਏ ਮੈਂ ਕਹਾਂਗਾ ਕਿ ਸਿੱਖ ਇਤਿਹਾਸ ਦੇ ਅਨੇਕਾਂ ਹੀ ਘਟਨਾਵਾਂ, ਅਨੇਕਾਂ ਹੀ ਹਿਸਟੋਰਿਕ ਇਵੈਂਟਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੇ ਬਾਰੇ ਤਾਰੀਖਾਂ ਦਾ ਭੰਬਲ ਭੂਸ ਹੈ। ਉਹ ਕਿਉਂ ਹੈ ਅਤੇ ਕਿਸ ਤਰ੍ਹਾਂ, ਉਹ ਫੇਰ ਗੱਲ ਕਰਾਂਗੇ। ਅੱਜ ਆਪਾਂ ਇਹ ਗੱਲ ਕਰੀਏ ਕਿ ਤਾਰੀਖ ਉਹ 26 ਦਸੰਬਰ ਅਤੇ 1666 ਨੂੰ ਆਪਾਂ ਮੰਨ ਲਈਏ, ਜਿਹੜੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਸੀ। ਉਸ ਨੂੰ ਹੁਣ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 5 ਜਨਵਰੀ ਰੱਖ ਲਈਏ, ਜਾਂ ਫਿਰ ਜਦੋਂ ਹੁਣ ਨਾਨਕਸ਼ਾਹੀ ਕੈਲੰਡਰ ਅਸੀਂ ਫੇਰ ਆਪਣੇ ਭੰਬਲ ਭੂਸਿਆਂ ਦੇ ਅਨੁਸਾਰ ਅਤੇ ਆਪਣੀ ਸਿਆਸਤ ਅਨੁਸਾਰ ਬਦਲ ਲਈ ਹੈ, ਤਾਂ ਅੱਜ ਹੁਣ ਭਾਵੇਂ ਅੱਜ ਦੇ ਦਿਨ ਨੂੰ 20 ਜਨਵਰੀ ਰੱਖ ਲਓ, ਪਰ ਜਿਹੜੇ ਮੁਜੱਸਮ ਹੈ, ਜਿਹੜਾ ਉਹਦਾ ਤੱਤ ਹੈ, ਤੱਤ ਗਿਆਨ ਇਹ ਹੈ ਕਿ ਗੁਰੂ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਜੀ। ਹੋਰ ਸਰ ਗੱਲ, ਅਗਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ, ਜਾਂ ਜਿਸ ਤਰ੍ਹਾਂ ਉਹਨਾਂ ਨੇ ਮਾਨਵਤਾ ਦੀ ਗੱਲ ਕੀਤੀ ਹੈਗੀ, ਮਨੁੱਖੀ ਹੱਕਾਂ ਦੀ ਗੱਲ ਕੀਤੀ, ਜਾਂ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਹੈਗੀ, ਜਾਂ ਇੱਕ ਅਕਸਰ ਕਹਿੰਦੇ ਨੇ ਕਿ ਅਸੀਂ ਗੁਰੂਆਂ ਨੂੰ ਤਾਂ ਮੰਨਦੇ ਨੇ ਲੇਕਿਨ ਉਹਨਾਂ ਦੇ ਅਸੀਂ ਉਪਦੇਸ਼ ਨਹੀਂ ਮੰਨਦੇ ਹੈਗੇ ਜੀ। ਅੱਜ ਵੀ ਇਹ ਜਿਹੜੇ ਤੱਥ ਨੇ ਇਹ ਕਾਇਮ ਨੇ ਜੀ? ਬਿਲਕੁਲ ਠੀਕ ਹੈ ਜੀ ਇਹ ਗੱਲ, ਕਿ ਸਮੇਂ ਦੇ ਚਲਦੇ ਚਲਦੇ ਇਨਸਾਨ ਦੇ ਵਿੱਚ ਅਹਿਸਾਨ ਮੰਦੀ ਵੀ ਹੈ ਜੀ, ਅਹਿਸਾਨ ਫਰਮੋਸ਼ੀ ਵੀ ਹੈ ਜੀ। ਜ਼ਿਆਦਾ ਅਹਿਸਾਨ ਫਰਮੋਸ਼ੀ ਇਸ ਲਈ ਹੈ ਕਿ ਅਸੀਂ ਅਧਿਆਤਮਿਕ ਤੌਰ 'ਤੇ ਕੋਈ ਬਹੁਤਾ ਗਰੋ ਨਹੀਂ ਕਰਦੇ, ਬਹੁਤਾ ਉੱਚੇ ਨਹੀਂ ਜਾਂਦੇ, ਅਤੇ ਫਿਰ ਅਸੀਂ ਸੈਲਫਲੈਸ ਹੋਣ ਦੀ ਬਜਾਏ, ਜਿਹੜੇ ਸਾਨੂੰ ਗੁਰੂ ਸਾਹਿਬਾਨ ਨੇ ਖਾਸ ਤੌਰ 'ਤੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਅਤੇ 10ਵੇਂ ਪਾਤਸ਼ਾਹ ਤੱਕ ਜੋ ਗਿਆਨ ਦਿੱਤਾ ਸੀ, ਉਹ ਸੀ ਸਰਬੱਤ ਦੇ ਭਲੇ ਦਾ। ਅਤੇ ਸਰਬੱਤ ਦੇ ਭਲੇ ਦੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਆਪਣੇ ਸੈਲਫ ਨੂੰ ਪਿੱਛੇ ਪਾਓ, ਸੈਲਫਲੈਸਨੈਸ ਜਿਹੜੀ ਹੈਗੀ ਹੈ ਉਸ ਨੂੰ ਅੱਗੇ ਕਰੋ, ਲੋਕਾਂ ਨੂੰ ਪਹਿਲਾਂ ਕਰੋ, ਲੋਕ ਭਲਾਈ ਨੂੰ ਪਹਿਲਾਂ ਕਰੋ, ਅਤੇ ਉਹੀ ਤੁਹਾਡਾ ਸਰਬੱਤ ਦੇ ਭਲੇ ਦਾ ਸੰਕਲਪ ਹੈ। ਪਰ ਸਾਡੇ ਜੀਵਨਾਂ ਦੇ ਵਿੱਚ ਇੱਕ ਅਹਿਸਾਨ ਫਰਾਮੋਸ਼ੀ ਦਾ ਮਾਦਾ ਹੈ। ਅਸੀਂ ਬਿਲਕੁਲ ਠੀਕ ਹੈ, ਦਿਨ ਦਿਹਾੜ ਜਦੋਂ ਆਉਂਦੇ ਹੈ ਉਦੋਂ ਤਾਂ ਅਸੀਂ ਉਹਨਾਂ ਨੂੰ ਮਨਾਉਂਦੇ ਹਾਂ, ਗੁਰੂ ਸਾਹਿਬਾਨ ਨੂੰ ਅਸੀਂ ਮੰਨਦੇ ਹਾਂ, ਪਰ ਆਮ ਵਿਦਵਾਨ ਇਹ ਗੱਲ ਕਹਿੰਦੇ ਹੈ ਕਿ ਅਸੀਂ ਉਹਨਾਂ ਦੀ ਨਹੀਂ ਮੰਨਦੇ। ਉਹਨਾਂ ਦੀ ਨਹੀਂ ਮੰਨਦੇ ਤੋਂ ਮਤਲਬ ਇਹ ਹੈ ਕਿ ਜਿਹੜਾ ਸਾਡਾ ਸਿੱਖ ਫਲਸਫਾ ਹੈ, ਗੁਰੂ ਨਾਨਕ ਦੇਵ ਦੀ ਕਲਮ ਤੋਂ ਸ਼ੁਰੂ ਹੋਇਆ ਅਤੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ
ਤਲਵਾਰ ਦੇ ਸਫ਼ਰ ਨਾਲ ਸਰਬੰਸ ਦਾਨ ਤੇ ਪੂਰਾ ਹੋਇਆ, ਉਸ ਨੂੰ ਉਹਨਾਂ ਦੀ ਅਸੀਂ ਮੰਨਦੇ ਨਹੀਂ। ਦੀ ਜੀਵਨ ਸੇਧ, ਉਹਨਾਂ ਵੱਲੋਂ ਦਿੱਤੀ ਜੀਵਨ ਸ਼ੈਲੀ ਦਾ ਅਸੀਂ ਪਾਲਣ ਨਹੀਂ ਕਰਦੇ ਹਾਂ। ਜਿੱਥੋਂ ਤੱਕ ਤੁਸੀਂ ਇਸ ਤੋਂ ਪਹਿਲਾਂ ਮੈਂ ਖੁਦ ਬੜਾ ਚੱਕਰ ਦੇ ਵਿੱਚ ਸੀ ਕਿ ਅਸੀਂ ਦਸੰਬਰ ਦੇ ਅਖੀਰਲੇ ਹਫ਼ਤੇ 22 ਦਸੰਬਰ ਤੋਂ 26 ਦਸੰਬਰ ਤੱਕ ਜਿਹੜੀ ਸਰਬੰਸ ਦਾਨ ਦੀ ਗਾਥਾ ਪੂਰੀ ਹੋਈ ਸੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ, ਸਰਹੰਦ ਦੇ ਸਾਕੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ, ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ। ਇਹ ਜਿਹੜੀ ਸਰਬੰਸ ਦਾਨ ਦਾ ਯੱਗ ਸੀ, ਉਹ ਜਿਹੜਾ ਪੂਰਨ ਹੋਇਆ ਸੀ ਉਸ ਦਿਨ ਬਿਲਕੁਲ ਠੀਕ ਹੈ, ਸੰਜੀਦਾ ਮਾਹੌਲ ਸੀ, ਸੰਜੀਦਾ ਹੀ ਰਹਿਣਾ ਚਾਹੀਦਾ। ਛਿਟਪੁਟ ਲੋਕਾਂ ਨੂੰ ਤੇ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਜਿੱਥੇ ਜਲੇਬੀਆਂ ਦੇ ਤੇ ਖੀਰਾਂ ਦੇ ਲੰਗਰ ਲੱਗਦੇ ਹੈ ਤੇ ਉਹ ਕਹਿੰਦੇ ਜੀ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਪਰ ਨਹੀਂ, ਉਸ ਦਿਨ ਅਸੀਂ ਕੋਈ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਯੁੱਗ ਪੁਰਸ਼ ਈਸਾ ਮਸੀਹ ਦਾ ਉਦੋਂ ਜਨਮ ਦਿਨ ਆਉਂਦਾ ਹੈ ਕ੍ਰਿਸਮਸ ਦੇ ਤੌਰ 'ਤੇ 25 ਦਸੰਬਰ। ਤਾਂ ਸਾਡਾ ਉਲਾਰਪਣ ਜਿਹੜੇ ਤਾਂ NRI ਭਰਾ ਸਾਡੇ, ਉਹ ਤਾਂ ਮੈਂ ਉੱਥੇ ਜਾ ਕੇ ਦੇਖਿਆ, ਉਹਨਾਂ ਦੇ ਵਿੱਚ ਵਿਚਰ ਕੇ ਦੇਖਿਆ ਥੋੜ੍ਹਾ ਸਮਾਂ, ਉਹਨਾਂ ਦੀ ਤਾਂ ਸ਼ਾਇਦ ਇੱਕ ਉੱਥੋਂ ਦਾ ਜੈਸਾ ਦੇਸ਼ ਤੈਸਾ ਭੇਸ ਦੇ ਹਿਸਾਬ ਨਾਲ ਗੱਲ ਵਾਜਬ ਕਹਿ ਦਈਏ, ਪਰ ਵਾਜਬ ਉਹ ਵੀ ਨਹੀਂ। ਪਰ ਜਿਹੜੀਆਂ ਇੱਥੇ ਅਸੀਂ ਕਦੇ ਉਹ ਕ੍ਰਿਸਮਸ ਦੀਆਂ ਗਲਾਸੀਆਂ ਖੜਕਾਉਂਦੇ ਆ, ਉਹ ਨਹੀਂ ਬਣਦਾ। ਬੇਸ਼ੱਕ ਈਸਾ ਮਸੀਹ ਆਪਣੇ ਥਾਂ 'ਤੇ ਯੁੱਗ ਪੁਰਸ਼ ਹੋਏ ਨੇ, ਤਾਂ ਇਸ ਨੂੰ ਮੈਂ ਇੱਕ ਇੰਨੀ ਕੀ ਗੱਲ ਕਹਿ ਕੇ ਸੰਕੋਚ ਦਿੰਦਾ ਕਿ ਬਿਲਕੁਲ ਠੀਕ ਹੈ ਕਿ ਗੁਆਂਢ ਦੇ ਵਿੱਚ ਬਰਾਤ ਵਿਆਹ ਦਾ ਮਾਹੌਲ ਹੋਵੇ, ਪਰ ਤੁਹਾਡੇ ਘਰ ਬਾਬਾ ਜੀ ਪੂਰੇ ਹੋਏ ਪਏ ਹੋਣ, ਤਾਂ ਫਿਰ ਮੈਨੂੰ ਤੁਸੀਂ ਦੱਸੋ ਵੀ ਕਿੰਨੇ ਕੁ ਭੰਗੜੇ ਪਾਓਗੇ ਤੁਸੀਂ। ਹਾਂ, ਫਿਰ ਤੁਸੀਂ ਗੁਆਂਢੀ ਦੀ ਖੁਸ਼ੀ 'ਚ ਤਾਂ ਸ਼ਾਮਲ ਹੋਵੋਗੇ, ਪਰ ਆਪਣੇ ਜੀਵਨ ਦੇ ਵਿੱਚ, ਆਪਣੇ ਜ਼ਿੰਦਗੀ ਦੇ ਵਿੱਚ ਸੰਜੀਦਗੀ ਵਰਤਦੇ ਹੋਏ ਉਦੋਂ ਤੁਸੀਂ ਭੰਗੜੇ ਨਹੀਂ ਪਾਓਗੇ। ਇੱਕ ਗੱਲ ਮੇਰੇ ਇੱਥੇ ਹੋਰ ਕਰਨੀ ਬਣਦੀ ਹੈ, ਉਹ ਗੱਲ ਇਹ ਕਰਨੀ ਬਣਦੀ ਹੈ ਕਿ ਉਸ ਦਿਨ ਜੀ ਮੈਂ ਉਸੇ ਗੱਲ ਤੇ ਆ ਰਿਹਾ ਸੀ। ਹਾਂ, ਚਲੋ ਪਹਿਲਾਂ ਤੁਸੀਂ ਪੁੱਛੋ। ਮੇਰੇ ਕਹਿੰਦੇ ਵੀ ਇੱਕ ਤੇ ਚਲੋ ਆ ਤੁਸੀਂ ਕਿਹਾ ਕਿ ਕਿਸੇ ਗਵਾਂਢੀ ਦੇ ਘਰ ਖੁਸ਼ੀ ਹੈ, ਤੇ ਜੇ ਸਾਡੇ ਘਰ ਇਦਾਂ ਦਾ ਗਮਹੀਨ ਮਾਹੌਲ ਹੋਵੇ, ਤੇ ਦੂਜਾ ਨਾਲ ਇਹ ਵੀ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਵੀ ਦਰਜ ਹੈ ਕਿ ਜਿਸ ਦਿਨ ਸਾਹਿਬੇ ਕਮਾਲ ਦਾ ਪ੍ਰਕਾਸ਼ ਦਿਹਾੜਾ, ਤੇ ਉਸ ਦਿਨ ਵੱਡੇ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਨ, ਇਹ ਵੀ ਇੱਕ ਅਦਿੱਤੀ ਮਿਸਾਲ ਹੀ ਹੈ, ਇੱਦਾਂ ਦੀ ਲਸਾਨੀ ਮਿਸਾਲ ਹੋ ਨਹੀਂ ਸਕਦੀ। ਸ਼ੁਕਰ ਹੈ ਜਗਤਾਰ ਵੀਰ, ਜਿੱਥੇ ਮੈਂ ਸਮਝਦਾ ਸੀ ਵੀ ਇਹ ਤਾਂ ਕੁੰਡਲੀ ਮੈਂ ਕੱਢੀ ਹੈ, ਪੰਡਤ ਕੁੰਡਲੀਆਂ ਕੱਢਦੇ ਨਾ, ਤੇ ਮੈਂ 20 ਸਾਲ ਪਹਿਲਾਂ ਇਹ ਕੁੰਡਲੀ ਕੱਢੀ ਸੀ। ਜਿਹੜਾ ਤੁਸੀਂ ਸਵਾਲ ਕੀਤਾ, ਮੈਂ ਕਹਿੰਦਾ ਸ਼ੁਕਰ ਹੈ ਕਿ ਮੇਰੇ ਤੋਂ ਅਗਲੀ ਪੀੜ੍ਹੀ ਨੂੰ ਵੀ ਪਤਾ ਹੈ, ਔਰ ਮੇਰੀ ਇਹ ਤਸੱਲੀ ਹੈ ਇਸ ਗੱਲ 'ਚ ਕਿ ਤੁਹਾਨੂੰ ਲੋਕਾਂ ਨੂੰ ਪਤਾ ਹੈ, ਪਰ ਬਹੁਤ ਥੋੜ੍ਹਿਆਂ ਨੂੰ, ਪੋਟਿਆਂ 'ਤੇ ਗਿਣਨ ਜੋਗੇ ਬੰਦਿਆਂ ਨੂੰ ਪਤਾ ਹੈ ਕਿ 26 ਦਸੰਬਰ 1705 ਨੂੰ ਜਦੋਂ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਤੇ ਪੰਜ ਪਿਆਰਿਆਂ ਵਿੱਚੋਂ ਪੰਜ ਪਿਆਰੇ ਪਲੱਸ ਕੋਈ ਤਕਰੀਬਨ 30-35 ਦੇ ਕਰੀਬ ਸਿੰਘ ਸ਼ਹੀਦ ਹੋ ਚੁੱਕੇ ਸੀ, ਤਾਂ ਉਸ ਵੇਲੇ ਉਸ ਸ਼ਾਮ ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ 39ਵਾਂ ਜਨਮ ਦਿਨ ਸੀ ਮੇਰੇ ਵੀਰ। ਤੇ ਮੈਂ ਅੱਜ ਤੋਂ 20 ਸਾਲ ਪਹਿਲਾਂ ਜਦੋਂ ਰੂਪਨਗਰ ਜਾਂ ਰੋਪੜ ਦਾ DC ਹੋਣ ਦੇ ਨਾਤੇ ਖਾਲਸਾ ਸਿਰਜਣਾ ਦਾ 300 ਸਾਲਾ ਦਿਨ ਮਨਾ ਰਿਹਾ ਸੀ, ਤਾਂ ਇਤਿਹਾਸ ਪੜ੍ਹੇ ਹੋਣ ਦੇ ਬਾਵਜੂਦ ਉੱਥੇ ਮੈਨੂੰ ਇਤਿਹਾਸ ਨੂੰ ਜਿਉਣ ਦਾ ਮੌਕਾ ਮਿਲਿਆ, ਤਾਂ ਉਦੋਂ ਮੈਨੂੰ ਅਨੁਭਵ ਹੋਇਆ ਕਿ ਇੱਕ ਪਾਸੇ ਪਿਤਾ ਦਾ ਜਨਮ ਦਿਨ ਹੋਵੇ, ਦੂਜੇ ਪਾਸੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਵੇ, ਪੁੱਤਰਾਂ ਵਰਗੇ ਸਿੰਘਾਂ ਦੀ ਸ਼ਹੀਦੀ ਹੋਵੇ, ਤੇ ਜਿਹੜਾ ਗੁਰੂ ਮਹਾਰਾਜ ਦਾ ਕੌਮ ਦੀ ਖਾਤਰ, ਕੌਮ ਧਰਮ ਤੇ ਕੌਮ ਦੀ ਰੱਖਿਆ ਦੀ ਖਾਤਰ ਸੰਕਲਪ ਜਿਸ ਦੇ ਪਿਤਾ ਵਾਰ ਚੁੱਕੇ ਸੀ, ਉਹ ਨੂੰ ਬੱਚਿਆਂ ਤੇ ਸਾਹਿਬਜ਼ਾਦਿਆਂ ਤੇ ਪਿਆਰੇ ਬੱਚਿਆਂ, ਸਿੱਖ ਬੱਚਿਆਂ, ਸ਼ਹੀਦਾਂ
ਸ਼ਹੀਦ ਉਸ ਯੱਗ ਕਹੋ, ਉਹ ਸੰਕਲਪ ਕਹੋ, ਉਸ ਵਿੱਚੋਂ ਆਪਣੀਆਂ ਸ਼ਹੀਦੀਆਂ ਦਾ ਤੋਹਫਾ ਆਪਣੇ ਦਸ਼ਮੇਸ਼ ਪਿਤਾ ਨੂੰ ਦੇ ਰਹੇ ਆ। ਤੇ ਦੂਸਰੇ ਪਾਸੇ ਜੀ ਦਸ਼ਮੇਸ਼ ਪਿਤਾ ਆਪਣੇ ਅਕਾਲ ਪੁਰਖ ਪਿਤਾ ਜੀ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚੋਂ, ਇਹ ਮੈਂ ਪ੍ਰਮਾਣ ਦੇ ਤੌਰ ਤੇ ਕਹਿ ਰਿਹਾ, ਜਦੋਂ ਸੱਦ ਮਾਰਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤਾਂ ਉਹ ਸਾਹਿਬਜ਼ਾਦੇ ਤਾਂ ਤੋਹਫਾ ਦੇ ਗਏ ਆਪਣੇ ਗੁਰੂ ਪਿਤਾ ਦੇ ਮਿਸ਼ਨ ਨੂੰ। ਤੇ ਕਿੱਡਾ ਅਲੌਕਿਕ ਜਨਮ ਦਿਨ ਹੋਏਗਾ ਉਸ ਦਿਨ ਮੇਰੇ ਵੀਰ, ਤੇ ਕਿੱਡੀ ਲਾਸਾਨੀ ਸਰਬੰਸ ਦਾਨ ਦੀ ਮਿਸਾਲ ਹੋਏਗੀ ਉਸ ਦਿਨ। ਤੇ 10ਵੇਂ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹੈ ਕਿ ਸ਼ੁਕਰ ਹੈ ਮੈਂ ਤੇਰੀ ਅਮਾਨਤ ਤੈਨੂੰ ਮੋੜ ਰਿਹਾ। ਜੀ ਸਰ, ਇੱਕ ਹੋਰ ਕਿ ਗੁਰੂ ਸਾਹਿਬ ਨੇ ਤੇ ਔਰਤਾਂ ਦੀ ਹੱਕਾਂ ਦੀ ਵੀ ਗੱਲ ਕੀਤੀ ਕਿ ਜਿਹੜਾ ਔਰਤਾਂ ਨੂੰ ਜਾਂ ਜਿੱਦਾਂ ਪੇਟ ਦੇ ਵਿੱਚ ਕੁੜੀਆਂ ਨੂੰ ਮਾਰਨ ਦਾ ਜਿਹੜੀ ਇਹ ਬੁਰਾਈ ਸੀ, ਤੇ ਕਹਿੰਦੇ ਜਦੋਂ ਉਹਨੇ ਕਿਹਾ ਕਿ ਉਹ ਮੇਰਾ ਸਿੱਖ ਨਹੀਂ ਹੋ ਸਕਦਾ, ਤੇ ਫਿਰ ਜਦੋਂ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਤੇ ਬਾਕੀ ਸਿੰਘ ਸ਼ਹੀਦ ਹੁੰਦੇ, ਤੇ ਇੱਕ ਬੀਬੀ ਉੱਠ ਕੇ ਆਂਦੀ, ਉਹਨਾਂ ਦਾ ਸੰਸਕਾਰ ਕਰਦੀ ਆ ਉਸ ਮੁਗਲ ਜਿਹੜਾ ਘੇਰਾ ਸੀ ਉਹਨੂੰ ਤੋੜ ਕੇ, ਤੇ ਫਿਰ ਮਾਈ ਭਾਗੋ ਵਰਗੀਆਂ ਵੀ ਉਸੇ ਕੜੀ 'ਚੋਂ ਪੈਦਾ ਹੁੰਦੀਆਂ ਨੇ। ਉਹ ਮੇਰੇ ਵੀਰ ਮਾਤਾ ਗੁਜਰੀ ਜੀ ਤੋਂ ਆਪਾਂ ਜੇ ਇਸ ਪ੍ਰਸੰਗ ਨੂੰ ਸ਼ੁਰੂ ਕਰੀਏ, ਜੀ ਮਾਤਾ ਸਾਹਿਬ ਕੌਰ ਜੋ ਖਾਲਸਾ ਸਿਰਜਣਾ ਹੋਈ ਤਾਂ ਅੰਮ੍ਰਿਤ ਬਾਟਾ ਤਿਆਰ ਕੀਤਾ ਗਿਆ। ਫਿਰ ਉਸ ਤੋਂ ਬਾਅਦ ਲక్ష్ਮੀ ਦੇਵੀ ਜੀ ਸਰਹੰਦ ਦੇ ਕਿਨਾਰੇ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਲਈ ਭੋਜਨ ਤਿਆਰ ਕੀਤਾ। ਉਸ ਤੋਂ ਬਾਅਦ ਮਾਤਾ ਸ਼ਰਨ ਕੌਰ, ਜਿਨ੍ਹਾਂ ਨੇ ਚਮਕੌਰ ਦੇ ਨਾਲ ਹੀ ਉਹਨਾਂ ਦਾ ਪਿੰਡ, ਹੁਣ ਮੈਨੂੰ ਸ਼ਾਇਦ ਉਹਦਾ ਨਾਮ ਨਾ ਯਾਦ ਸੀ, ਮਾਤਾ ਸ਼ਰਨ ਕੌਰ, ਜਿਨ੍ਹਾਂ ਨੇ ਅੰਗੀਠਾ ਸਜਾਇਆ ਸਾਹਿਬਜ਼ਾਦਿਆਂ ਦਾ ਤੇ ਸਿੰਘਾਂ ਦਾ। ਤੇ ਜਦੋਂ ਮੁਗਲ ਫੌਜਾਂ ਨੇੜੇ ਹੀ ਸੀ ਤੇ ਅੰਗੀਠਾ ਧਦਕਿਆ ਤਾਂ ਉਹਨਾਂ ਨੂੰ ਮਾਤਾ ਸ਼ਰਨ ਕੌਰ ਨੂੰ ਜਦੋਂ ਫੜਨ ਪਏ, ਮਾਰਨ ਪਏ, ਤਾਂ ਮਾਤਾ ਨੇ ਵੀ ਸ਼ਹੀਦੀ ਪਾ ਲਈ। ਚਮਕੌਰ ਤੋਂ ਬਾਅਦ ਮਾਛੀਵਾੜੇ ਜਾਂਦੇ ਆ ਤਾਂ ਮਾਤਾ ਹਰਦੇਈ ਉਹਨਾਂ ਨੂੰ ਨੀਲੇ ਵਸਤਰ ਪੇਸ਼ ਕਰਦੀ ਹੈ। ਤਾਂ ਇਸ ਸਿੱਖ ਬੀਬੀਆਂ ਦਾ ਇੱਥੇ ਗੱਲ ਥੋੜ੍ਹਾ ਮੁੱਕਣੀ ਹੈ, ਇਹ ਤਾਂ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਕਿੱਥੋਂ ਤੱਕ ਗਈਆਂ। ਇਸ ਤੋਂ ਬਿਨਾਂ ਮੈਂ ਤੁਹਾਡੇ ਨਾਲ ਇੱਕ ਗੱਲ ਥੋੜ੍ਹੇ ਜਿਹੇ ਮਿੰਟਾਂ 'ਚ ਕਰਨੀ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਲਾਸਾਨੀ ਕੁਰਬਾਨੀ ਤੋਂ ਇਲਾਵਾ, ਸਰਬੰਸ ਦਾਨ ਤੋਂ ਇਲਾਵਾ, ਜਿਹੜੀਆਂ ਉਹਨਾਂ ਨੂੰ ਕੌਮੀ ਦੇਣਾ ਆਪਾਂ ਨੂੰ, ਤਾਂ ਉਹਨਾਂ ਦੇ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਹਰ ਪਾਤਸ਼ਾਹੀ ਦਾ ਨਵੇਕਲਾ ਸਮਾਜਿਕ ਦੇਣ ਹੈ ਤੁਹਾਨੂੰ। ਸਮਾਜਿਕ ਸਿਰਫ ਸਮਾਜ ਲੈਵਲ ਤੱਕ ਨਹੀਂ, ਕੌਮੀ ਦੇਣ ਹੈ। ਉਸ ਦੀ ਗੱਲ ਸਾਨੂੰ ਪਤਾ ਵੀ ਹੈ, ਫਿਰ ਵੀ ਕਦੇ ਕਰ ਲਾਂਗੇ। ਪਰ ਅੱਜ ਮੈਂ ਤੁਹਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਗੱਲ ਕਰ ਰਿਹਾ, ਅਤੇ ਛੇਤੀ ਤੁਸੀਂ ਲਿਖ ਲਿਓ, ਕਿਉਂਕਿ ਤੁਹਾਡੇ ਕੋਲ ਸੁਣ ਲਿਓ, ਕਿਉਂਕਿ ਤੁਹਾਡੇ ਕੋਲ ਸਮੇਂ ਦੀ ਪਾਬੰਦੀ ਵੀ ਹੁੰਦੀ ਹੈ। ਉਹ ਇਹ ਹੈ ਜੀ ਕਿ ਸਰਬੰਸ ਦਾਨ ਵਰਗੀ ਤਾਂ ਅਸੀਂ ਗੱਲ ਮੰਨ ਲਈ ਨਾ, ਕਿ ਇਕੱਲੇ ਦੁਨੀਆ ਦੇ ਨਹੀਂ, ਸੰਸਾਰ ਦੇ ਨਹੀਂ, ਬ੍ਰਹਿਮੰਡ ਦੇ ਇਤਿਹਾਸ ਵਿੱਚ ਇਹ ਸ਼ਾਇਦ ਇਹੋ ਜਿਹੀ ਮਿਸਾਲ ਅੱਜ ਤੱਕ ਨਹੀਂ ਬਣੀ। ਆਰਨਲਡ ਟੋਇਨਬੀ, ਦੁਨੀਆ ਦਾ ਸਭ ਤੋਂ ਪ੍ਰਸਿੱਧ ਅੱਜ ਤੱਕ ਦਾ ਇਤਿਹਾਸਕਾਰ, ਸਵਾਮੀ ਵਿਵੇਕਾਨੰਦ, ਜਿਹਨੂੰ ਅਸੀਂ ਹਿੰਦੂ ਕਹਿ ਕੇ ਤੇ ਗੱਲ ਟਾਲ ਦਿੰਦੇ ਹਾਂ ਇਸ ਪੱਖੋਂ ਕਿ ਉਹ ਤਾਂ ਸਵਾਮੀ ਤਾਂ ਜੀ ਹਿੰਦੂ ਜਿਹੜਾ ਸੀ ਸਮਾਜ ਦਾ ਵਿਦਵਾਨ ਸੀ। ਡਾਕਟਰ ਰਾਧਾ ਕ੍ਰਿਸ਼ਨਨ, ਇਹਨਾਂ ਦੀ ਵੀ ਗੱਲ ਛੱਡੋ। ਬਰਟਰੈਂਡ ਰਸਲ, ਮਹਾਨ ਫਿਲਾਸਫਰ ਇੰਗਲੈਂਡ ਦਾ, ਉਹ ਔਨ ਰਿਕਾਰਡ ਲਿਖ ਗਏ ਹੈ ਕਿ ਇਹੋ ਜਿਹੀ ਕੁਰਬਾਨੀ ਤੇ ਇਹੋ ਜਿਹੀ ਪਰਸਨੈਲਿਟੀ ਨਾ ਅੱਜ ਤੱਕ ਸੰਸਾਰ 'ਤੇ ਆਈ ਹੈ ਅਤੇ ਅੱਗੋਂ ਆਉਣ ਦੀ ਉਮੀਦ ਵੀ ਨਹੀਂ। ਤਾਂ ਉਹ ਜਿਹੜੀਆਂ ਇਹਨਾਂ ਦੀਆਂ ਦੇਣਾ ਸੀ, ਮੈਂ ਤੁਹਾਡਾ ਸਵਾਲ ਜ਼ਰੂਰ ਬਣਦਾ, ਪਰ ਦੇਣਾ ਬਾਰੇ ਮੈਨੂੰ ਪੁੱਛ ਲਓ ਤਾਂ ਕਿ ਮੈਂ ਉਸੇ ਵੇਗ 'ਚ ਗੱਲ ਕਰਦਾ। ਨਹੀਂ, ਮੈਨੂੰ ਇਹ ਲੱਗਦਾ ਕਿ ਜਿਹੜੇ ਅਸੀਂ ਪੂਰੇ ਵਰਲਡ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ, ਆਪਣੇ ਸੰਵਿਧਾਨ ਦੀ ਗੱਲ ਕਰਦੇ, ਜਿਹੜਾ ਆਪਣਾ ਸੰਵਿਧਾਨ ਆ ਉਹ ਕਈ ਦੇਸ਼ਾਂ ਦੀ ਸੰਵਿਧਾਨ ਨੂੰ ਮਿਲਾ ਕੇ ਬਣਾਇਆ ਗਿਆ ਹੈਗਾ। ਜਿਹਦੇ ਅਸੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਸੀ, ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਸੀ, ਬਰਾਬਰਤਾ ਦੀ ਗੱਲ ਕਰਦੇ, ਉਹ ਤਾਂ ਗੁਰੂ ਸਾਹਿਬ ਵੀ ਕਰ ਗਏ ਹੈਗੇ ਜੀ, ਅੱਜ ਤੋਂ ਕਈ ਸਾਲ ਪਹਿਲਾਂ ਜੀ।
ਮੈਂ ਬਿਲਕੁਲ ਉਹੀ ਗੱਲ, ਜਿਹੜਾ ਗਿਆਨ ਹੈ ਉਹ ਤਾਂ ਗਿਆਨ ਹੀ ਰਹਿਣਾ, ਤੇ ਜਿਹੜੀਆਂ ਇਤਿਹਾਸਕ ਘਟਨਾਵਾਂ ਹੋ ਚੁੱਕੀਆਂ ਉਹਨਾਂ ਨੂੰ ਨਾ ਮੇਰੇ ਵੀਰ ਤੂੰ ਬਦਲ ਸਕਦਾ ਨਾ ਮੈਂ। ਆਪਾਂ ਇੱਥੋਂ ਗੱਲ ਸ਼ੁਰੂ ਕਰੀਏ ਕਿ ਖਾਲਸਾ ਸਿਰਜਣਾ ਦੇ ਪਿੱਛੇ ਜਿਹੜੇ ਬੁਨਿਆਦੀ ਡੈਮੋਕ੍ਰੈਟਿਕ ਸਿਧਾਂਤ ਸਨ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ। ਲਿਬਰਟੀ ਮਨੁੱਖੀ ਆਜ਼ਾਦੀ, ਇਕੁਐਲਿਟੀ ਮਨੁੱਖੀ ਬਰਾਬਰੀ, ਫਰੈਟਰਨਿਟੀ ਮਨੁੱਖੀ ਭਾਈਚਾਰਾ। ਤੇ ਉਸ ਤੋਂ ਅੱਗੇ ਗੁਰੂ ਨਾਨਕ ਦਾ ਇੱਕ ਸੰਕਲਪ ਦਿੱਤਾ, ਕਾਸਟਲੈਸ ਸੁਸਾਇਟੀ। ਕਾਸਟਲੈਸ ਸੁਸਾਇਟੀ ਜਿਹਦੇ 'ਚ ਰੰਗਰੇਟੇ ਗੁਰੂ ਕੇ ਬੇਟੇ ਬਣਦੇ ਆ। ਤਾਂ ਉਹ ਲੋਕ ਜਿਹੜੇ ਸਨ, ਉਹ ਜਿਹੜਾ ਸੰਕਲਪ ਹੈ ਇਹ ਮੇਰੇ ਵੀਰ ਸਿੱਖ ਤੁਹਾਡੇ ਇਤਿਹਾਸ ਨੇ, ਸਿੱਖ ਧਰਮ ਨੇ ਦਿੱਤਾ। ਪਰ ਸਿਤਮ ਪਤਾ ਕੀ ਹੋਇਆ, 1799 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ, ਵਰਲਡ ਫੇਮਸ ਕ੍ਰਾਂਤੀ ਹੈ। ਤੇ ਵਰਲਡ ਫੇਮਸ ਉਹ ਪਤਾ ਕਿਉਂ ਬਣੀ, ਉਹ ਕਿਤਾਬਾਂ ਦੇ ਵਿੱਚ ਆ ਗਈ, ਸਿਲੇਬਸਾਂ ਦੇ ਵਿੱਚ ਆ ਗਈ। ਤੇ ਇਹ ਜਿਹੜੀ ਸਾਡੀ ਕੁਰਬਾਨ ਹੈਗੀ ਨਾ, ਦੇਣ ਗੁਰੂ ਸਾਹਿਬ ਦੀ ਖਾਲਸਾ ਸਿਰਜਣਾ ਦੇ, ਠੀਕ 1799 ਤੇ 1699 'ਚ ਕਿੰਨਾ ਫਰਕ ਹੈ? 1790 ਸਾਲ ਦਾ। 90 ਸਾਲ ਅਸੀਂ ਪਹਿਲਾਂ ਉਹ ਦੇ ਕੇ ਦੇਣ। ਤੇ ਮੈਂ ਮੇਰੇ ਵੀਰ ਬੜੀਆਂ ਇੰਟਰਵਿਊ 'ਚ ਕਹਿ ਚੁੱਕਾ, ਆਪਣੇ ਲਿਖਤਾਂ 'ਚ ਕਹਿ ਚੁੱਕਾ, ਆਰਟੀਕਲਾਂ 'ਚ, ਲੇਖਾਂ 'ਚ ਕਹਿ ਚੁੱਕਾ ਕਿ ਕੁਲਬੀਰ ਸਿੰਘ ਸਿੱਧੂ ਨੇ ਤੇ ਉਹਦੇ ਅਗਲੀ ਪੀੜ੍ਹੀ ਨੇ, ਜਿਹੜੀ ਉਹਦੀ ਪੇਰੈਂਟਸ ਦੀ ਪੀੜ੍ਹੀ ਸੀ, ਤੇ ਉਸਦੇ ਤੇ ਜਿਹੜੀ ਨੈਕਸਟ ਪੀੜ੍ਹੀ ਹੈ, ਮੇਰੇ ਬੱਚਿਆਂ ਦੀ ਪੀੜ੍ਹੀ ਹੈ, ਉਹਨਾਂ ਨੇ ਸਾਰਿਆਂ ਨੇ ਜਿਹੜੀਆਂ ਨਾ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਦੀ ਅਸ਼ਰਿੰਗ ਹੈ, ਜਿਹੜੀ ਸ਼ੁਰੂਆਤ ਹੈ, ਉਹ ਫਰਾਂਸ ਦੀ ਕ੍ਰਾਂਤੀ ਲਿਖ ਕੇ ਕੀਤੀ ਹੈ। ਕੋਈ ਨਹੀਂ ਲਿਖਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ 90 ਸਾਲ ਪਹਿਲਾਂ ਕਰਤੇ ਸੀ। ਕਿਉਂ? ਜੇ ਉਹ ਲਿਖਤਾ ਤਾਂ ਆਪਾਂ ਮੇਰੇ ਵੀਰ ਫੇਲ ਹੋ ਜਾਵਾਂਗੇ। ਆਪਾਂ ਨੂੰ ਤਾਂ ਡਿਗਰੀ ਚਾਹੀਦੀ, ਆਪਾਂ ਗੁਰੂ ਤੋਂ ਕੀ ਲੈਣਾ। ਇੱਥੇ ਅਗਲਾ ਇਸੇ ਖਾਲਸਾ ਸਿਰਜਣਾ ਵਿੱਚ ਇੱਕ ਪੰਚਾਇਤੀ ਸੰਕਲਪ ਸੀ ਕਿ 5 ਪਿਆਰੇ ਸਾਜੇ, ਉਹਨਾਂ ਤੋਂ ਫਿਰ ਆਪ ਅੰਮ੍ਰਿਤ ਛਕਿਆ। ਮੈਂ ਕਿ ਪੰਚਾਇਤੀ ਰਾਜ ਦਾ ਜਿਹੜਾ ਸੰਕਲਪ ਹੈ, ਮੈਂ ਕਿ ਉਸ ਤੋਂ ਪਹਿਲਾਂ ਤੇ ਜਿਹੜਾ ਜਾਤ ਪਾਤ ਦਾ ਕੋਡ ਉਹ ਵੀ ਖਤਮ ਕਰਤਾ ਨਾ, ਕਿ ਜਿਹੜੇ 5 ਪਿਆਰੇ ਹੈਗੇ ਨੇ, ਉਹ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹੀ, ਹਰ ਪਾਤਸ਼ਾਹੀ ਨੇ ਉਸ ਪਾਸੇ ਬਹੁਤ ਯੋਗਦਾਨ ਪਾਇਆ। ਸੰਕਲਪ ਜਿਹੜੇ ਬਾਬੇ ਨਾਨਕ ਨੇ ਸ਼ੁਰੂ ਕੀਤਾ, 10ਵੇਂ ਪਾਤਸ਼ਾਹ ਨਾਲ, ਕਿ ਜਿਹੜੇ 5 ਪਿਆਰੇ ਸਾਜੇ ਹੈਗੇ ਸੀ, ਉਹਦੇ 'ਚ ਵੀ ਸਾਰੇ ਛੋਟੇ ਭਾਈਚਾਰੇ 'ਚ ਪੰਚਾਇਤੀ ਕਨਸੈਪਟ ਇਹ ਆਇਆ, ਆਪੇ ਗੁਰਚੇਲਾ। ਜਿਹੜਾ ਭਾਈ ਗੁਰਦਾਸ ਜੀ ਦੂਜੇ ਹੋਏ ਆ, ਇੱਕ ਭਾਈ ਗੁਰਦਾਸ ਜੀ ਜਿਹੜੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਇੱਕ ਉਹ, ਇਹ ਭਾਈ ਗੁਰਦਾਸ ਜੀ ਦੂਜੇ ਗੁਰੂ 10ਵੇਂ ਪਾਤਸ਼ਾਹ ਵੇਲੇ। ਇਹਨਾਂ ਨੇ ਆਪੇ ਗੁਰਚੇਲਾ ਦਾ, ਜਿਹੜਾ ਆਪਾਂ ਨਿਤ ਕਹਿੰਦੇ ਆਪੇ ਗੁਰਚੇਲਾ, ਆਪੇ ਗੁਰਚੇਲਾ, ਤਾਂ ਉਹ ਜਿਹੜਾ ਸੰਕਲਪ ਸੀ ਉਹ ਪੰਚਾਇਤੀ ਰਾਜ ਦਾ ਹੈ। ਤੇ ਇਸ ਦਾ ਫਿਰ ਅੱਗੇ ਇਕੱਲਾ ਇਹ ਨਹੀਂ ਵੀ ਸਿਧਾਂਤਕ ਪੱਧਰ ਤੇ ਰਿਹਾ, ਇਹ ਪ੍ਰੈਕਟੀਕਲ ਪੱਧਰ ਦੇ ਉੱਤੇ ਚਮਕੌਰ ਦੀ ਗੜੀ ਦੇ ਵਿੱਚ ਉਹੀ 22 ਦਸੰਬਰ 1705 ਨੂੰ ਪੂਰਾ ਹੋਇਆ, ਜਦੋਂ 5 ਜਾਂ 7 ਸਿੰਘਾਂ ਦੀ ਪੰਚਾਇਤ ਰਹਿ ਗਈ, ਲੋਕ ਰਹਿ ਗਏ, ਸ਼ਹੀਦ ਰਹਿ ਗਏ, ਸਿੰਘ ਰਹਿ ਗਏ। ਤਾਂ ਉਹਨਾਂ ਨੇ ਹੁਕਮ ਕੀਤਾ, ਯੋਧਿਆਂ ਦੇ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਜਿਨ੍ਹਾਂ ਦਾ ਆਪਣੀ ਅਰਦਾਸ ਦਾ ਇੱਕ ਹਿੱਸਾ ਸੀ, ਜਬ ਆਓ ਕਿ ਔਦ ਨਿਧਾਨ ਬਣੇ, ਅਥੀ ਰਣ ਮੇ ਜੂਝ ਮਰੋ। ਉਹੋ ਜਿਹੇ ਯੋਧਿਆਂ ਨੂੰ ਇਹ ਕਹਿ ਦੇਣਾ ਕਿ ਤੁਸੀਂ ਜੰਗ ਦਾ ਮੈਦਾਨ ਛੱਡ ਦਿਓ। ਪਰ ਪੰਚਾਇਤ ਦਾ ਕਿਹਾ ਨਹੀਂ, ਪਾਤਸ਼ਾਹ ਨੇ ਮੋੜਿਆ। ਤੇ ਉਹਦੇ ਪਿੱਛੇ ਉਹਨਾਂ ਦਾ ਤਰਕ ਵੀ ਸੀ ਕਿ ਸਾਹਿਬ, ਜੇ ਤੁਸੀਂ ਨਾ ਰਹੇ ਤਾਂ ਖਾਲਸਾ ਪੰਥ ਵੀ ਨਹੀਂ ਰਹਿਣਾ, ਤੇ ਜੇ ਤੁਸੀਂ ਹੋ ਤੇ ਖਾਲਸਾ ਪੰਥ ਵੀ ਹੈ। ਤਾਂ ਉਹ ਪੰਚਾਇਤੀ ਦਾ। ਤੀਸਰਾ ਰੈੱਡ ਕਰਾਸ, ਅਸੀਂ ਕਹਿੰਦੇ ਹਾਂ ਜੀ, ਉਹ ਬੱਲੇ ਬੱਲੇ ਹੈਨਰੀ ਡਿਊਨਾ, ਫਲੋਰੈਂਸ ਨਾਈਟਿੰਗੇਲ ਨੇ 1852 'ਚ ਸ਼ੁਰੂ ਕੀਤੀ ਇਹ ਲਹਿਰ। ਬਿਲਕੁਲ ਠੀਕ ਹੈ ਮੇਰੇ ਵੀਰ, ਕੋਈ ਝੂਠ ਨਹੀਂ, ਰੱਤੀ ਪਰ ਝੂਠ ਨਹੀਂ, ਸੱਚ ਹੈ। ਪਰ ਉਸ ਤੋਂ 151 ਸਾਲ ਪਹਿਲਾਂ 1701 ਦੇ ਵਿੱਚ ਭਾਈ ਕਨ੍ਹਈਆ ਨੂੰ ਇਹ ਕਹਿਣਾ ਕਿ ਤੂੰ ਮਲਮ ਜਦੋਂ ਪਾਣੀ ਤਾਂ ਪਿਆਉਣਾ ਜ਼ਖਮੀਆਂ ਨੂੰ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਤਾਂ ਤੂੰ ਉਸ ਦੇ ਨਾਲ ਭਾਈ ਮਲਮ ਦੀ ਡੱਬੀ ਵੀ ਲੈ ਜਾ। ਠੀਕ ਹੈ। ਤਾਂ ਰੈੱਡ ਕਰਾਸ ਦੇ ਬਾਨੀ ਕੌਣ ਹੋਏ ਜੀ? ਗੁਰੂ ਗੋਬਿੰਦ ਸਿੰਘ ਸਾਹਿਬ, ਕਿ ਹੈਨਰੀ ਡਿਊਨਾ ਤੇ ਫਲੋਰੈਂਸ ਨਾਈਟਿੰਗੇਲ। ਮੇਰੇ ਵੀਰ ਹੀਰ ਨੂੰ ਲੈ ਕੇ ਖੇੜੇ ਰਾਂਝੇ ਰਹਿ ਗਏ, ਮੱਝਾਂ ਚਾਰਦੇ। ਅਤੇ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਤਾਂ MA ਡਿਗਰੀਆਂ ਕਰਦੇ ਰਹਿ ਗਏ, ਆਪਾਂ ਨੂੰ ਪੜ੍ਹਾਉਣ ਵਾਲੇ ਵੀ ਪਿੱਛੇ ਰਹਿ ਗਏ, ਆਪਣੇ ਵਿਦਵਾਨ ਵੀ ਪਿੱਛੇ ਰਹਿ ਗਏ,
ਆਪਣੇ ਬੁੱਧੀਜੀਵੀ ਵੀ ਪਿੱਛੇ ਰਹਿ ਗਏ, ਆਪਣੇ ਪੰਥਕ ਸਰਕਾਰਾਂ ਵੀ ਪਿੱਛੇ ਰਹਿ ਗਈਆਂ। ਅਸੀਂ ਕਿਸੇ ਨੂੰ ਇਹ ਨਹੀਂ ਗੱਲ ਦੱਸ ਸਕੇ ਕਿ ਗੁਰੂ ਗੋਬਿੰਦ ਸਿੰਘ ਤੇ ਭਾਈ ਕਨ੍ਹਈਆ ਅਸਲੀ ਰੈੱਡ ਕਰਾਸ ਦੇ ਬਾਨੀ ਬਣਦੇ ਮਾਡਰਨ ਜਗਤ ਵਿੱਚ। ਤੁਹਾਨੂੰ ਸਰ ਇਹ ਨਹੀਂ ਲੱਗਦਾ ਕਿ ਮੈਂ ਤਾਂ ਮਹਿਸੂਸ ਕਰਦਾ ਹੈਗਾ ਕਿ ਅਸੀਂ ਆਪਣੀਆਂ ਗਰਜਾਂ ਕਰਕੇ, ਆਪਣੀਆਂ ਲੋੜਾਂ ਕਰਕੇ, ਆਪਣੇ ਨਿੱਜੀ ਸਵਾਰਥਾਂ ਕਰਕੇ ਅਸੀਂ ਧਰਮ ਨੂੰ ਇੱਥੇ ਹੀ ਰੋਕ ਲਿਆ, ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ। ਜਦ ਕਿ ਅੰਗਰੇਜ਼ ਅਧਿਕਾਰੀ ਜਿਨ੍ਹਾਂ ਦੇ ਤੁਸੀਂ ਨਾਮ ਜ਼ਿਕਰ ਕੀਤੇ ਨੇ, ਜਾਂ ਕਹਿ ਰਹੇ ਕਿ ਜਿਹੜੇ ਆਪਣੇ ਫਾਈਨੈਂਸ਼ੀਅਲ ਕਮਿਸ਼ਨਰ ਵੀ ਹੋਏ ਨੇ, ML ਡਾਰਲਿੰਗ, ਉਹ ਵੀ ਕਹਿ ਰਹੇ ਕਿ ਨਹੀਂ, ਸਿੱਖ ਧਰਮ ਤੇ ਪੂਰੀ ਦੁਨੀਆ ਦੇ ਵਿੱਚ ਫੈਲਣਾ ਚਾਹੀਦਾ ਸੀ, ਇਹ ਪੰਜਾਬ ਤੱਕ ਕਿਉਂ ਸੀਮਿਤ ਰਹਿ ਗਿਆ? ਪੰਜਾਬ ਤੱਕ ਸੀਮਤ ਇਸ ਲਈ ਰਹਿ ਗਿਆ ਵੀ ਮੇਰੇ ਵੀਰ, ਅਸੀਂ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਾਂ। ਸਾਡੇ ਤੇ ਜਦੋਂ ਪਹਿਲਾਂ ਮੁਗਲਾਂ ਦਾ ਰਾਜ ਸੀ ਗੁਰੂ ਕਾਲ ਦੇ ਵੇਲੇ, ਤਾਂ ਉਦੋਂ ਅਸੀਂ ਗੁਰੂ ਕਾਲ ਦੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ, ਸ਼ਹੀਦ ਨੇ, ਮੁਰੀਦ ਨੇ, ਉਹਨਾਂ ਦੇ ਵੱਲ ਅਸੀਂ ਘੱਟ ਦੇਖਿਆ ਤੇ ਮੁਗਲਾਂ ਦੀ ਖੁਸ਼ਾਮਦਗੀ ਸਾਨੂੰ ਕਰਨੀ ਪਈ ਤੇ ਅਸੀਂ ਕੀਤੀ ਭਾਈ। ਉਦੋਂ ਬਾਅਦ ਅੰਗਰੇਜ਼ ਆ ਗਏ। ਅੰਗਰੇਜ਼ ਨੇ ਸਾਨੂੰ ਗਿਆਨ ਜ਼ਰੂਰ ਦਿੱਤਾ। ਜਿਹੜਾ ਸਿੱਖ ਇਤਿਹਾਸ ਦੀ ਪਹਿਲੀ ਕਿਤਾਬ ਹੈ ਉਹ J.D. ਕਨਿੰਘਮ ਦੀ ਹੈ, ਹਿਸਟਰੀ ਆਫ ਦਾ ਸਿੱਖਸ, ਸਭ ਤੋਂ ਪਹਿਲੀ ਅਥੈਂਟਿਕ ਕਿਤਾਬ, ਠੀਕ ਹੈ। ਤੇ ਉਹਨੇ ਲਿਖੀ ਵੀ ਕਦੋਂ? ਐਂਗਲੋ ਸਿੱਖ ਵਾਰ ਜਿਹੜੀ 1845-46 'ਚ ਹੋਈ। ਉਹ ਲਾਰਡ ਹਾਰਡਿੰਗ ਦਾ ਉਸ ਵੇਲੇ ADC ਸੀ, ਮੇਜਰ ਰੈਂਕ ਦਾ ਆਫਿਸਰ, ਕਮਾਂਡਰ ਇਨ ਚੀਫ ਉਦੋਂ ਲਾਰਡ ਗਫ ਸੀ। ਤਾਂ ਉਸ ਨੇ ਉਹ ਕਿਤਾਬ ਲਿਖੀ। ਉਸ ਦੇ ਕਿਤਾਬ ਲਿਖਣ ਦੇ ਇਵਜ਼ ਦੇ ਵਿੱਚ ਉਹ ਡਿਸਮਿਸ ਵੀ ਹੋਇਆ, ਪਰ ਉਹ ਸੱਚ ਲਿਖ ਗਿਆ। ਤੇ ਉਦੋਂ ਬਟ ਇਨ ਜਨਰਲ ਸਾਡੀ ਜਿਹੜੀ ਮਥਾਜੀ ਸੀ ਉਹ ਅੰਗਰੇਜ਼ ਸਰਕਾਰ ਵੱਲ ਸੀ ਤੇ ਅਸੀਂ ਇਸ ਗੱਲ ਬਾਰੇ ਚੁੱਪ ਰਹੇ। ਅੱਛਾ, ਉਹਦੇ 'ਚ ਹੁਣ ਜੰਗ ਦੀ ਗੱਲ ਚੱਲੀ ਹੈ। ਹੋਲਾ ਮਹੱਲਾ ਦੇ ਰੂਪ ਵਿੱਚ ਮੇਰੇ ਵੀਰ, ਜਿਹੜੇ ਉੱਥੇ ਖਾਲਸਾ ਸਾਜਿਆ ਗਿਆ, ਉਹਨਾਂ ਨੂੰ ਸਰੀਰਕ ਬਲ ਤੇ ਬੁੱਧੀ, ਚੜ੍ਹਦੀ ਕਲਾ ਦੇਣ ਲਈ ਜਿਹੜਾ ਉੱਥੇ ਉਹਨਾਂ ਨੂੰ ਮਾਰਸ਼ਲ ਆਰਟਸ, ਤੀਰ ਅੰਦਾਜ਼ੀ, ਘੋੜ ਸਵਾਰੀ, ਘੋਲ, ਦੰਗਲ, ਸੌਂਚੀ ਪੱਤੀ, ਅੱਛਾ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਸਿਖਾਈ ਗਈ। ਇਸ ਨੂੰ ਅੰਗਰੇਜ਼ਾਂ ਨੇ 1896 'ਚ ਜਿਹੜੀਆਂ ਮਾਡਰਨ ਓਲੰਪਿਕਸ ਆ ਉਹ 1896 ਸ਼ੁਰੂ ਹੋਈਆਂ। ਐਂਸ਼ੀਅੰਟ ਓਲੰਪਿਕਸ 770-72 ਈਸਵੀ ਪਹਿਲਾਂ ਐਥਨਸ ਦੇ ਵਿੱਚ, ਯੂਨਾਨ ਦੇ ਵਿੱਚ ਹੋਈਆਂ ਸੀ। ਤਾਂ ਜਿਹੜੀ 1896 ਦੇ ਵਿੱਚ ਇਹ ਖੇਡਾਂ ਹੋਈਆਂ ਤੇ ਇਹਨਾਂ ਦਾ ਸ਼ੁਰੂ ਕਰਨ ਵਾਲਾ ਸੀ ਫਰਾਂਸ ਦਾ ਲੀ ਕੌਬਰਤਨ। ਤਾਂ ਮੇਰੇ ਵੀਰ, ਅਸੀਂ ਜਿਹੜਾ ਹੋਲਾ ਮਹੱਲਾ ਮਾਡਰਨ ਓਲੰਪਿਕਸ ਦਾ ਜਿਹੜਾ ਅਸੀਂ ਅਗਰਗਾਮੀ ਕਹਿ ਲਈਏ, ਤਾਂ ਉਸ ਤੋਂ ਪਹਿਲਾਂ ਫੋਰਰਨਰ ਕਹਿ ਦਈਏ, ਉਸ ਨੂੰ ਇੰਨਾ ਪਿੱਛੇ ਪਾ ਦਿੱਤਾ ਜਿਹੜਾ ਕਿ 200 ਸਾਲ ਬਾਅਦ ਦੀ ਇਵੈਂਟ ਹੈ 1896 ਦੀ। ਉਸ ਨੂੰ ਤਾਂ ਅਸੀਂ ਕਹਿੰਦੇ ਹਾਂ ਜੀ ਕਿ ਇਹ ਮਾਡਰਨ ਓਲੰਪਿਕਸ ਲੀ ਕੌਬਰਤਨ ਦੀ ਦੇਣ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਖਾਲਸਾ ਸੀ ਅਤੇ ਉਸ ਦੇ ਜਿਹੜੇ ਕਰਤੱਵ ਸੀ ਉਹ ਪਿੱਛੇ ਰਹਿ ਗਏ। ਸਿਰਫ ਕਾਰਨ ਪਤਾ ਕੀ? ਉਹ ਕਾਰਨ ਬੜਾ ਸਿੱਧਾ ਭਰਾਵਾ। ਤੀਰ ਅੰਦਾਜ਼ੀ ਨੂੰ ਆਰਚਰੀ ਕਹਿਤਾ, ਘੋੜਾਂ ਨੂੰ ਰੈਸਲਿੰਗ ਕਹਿਤਾ, ਘੋੜ ਸਵਾਰੀ ਨੂੰ ਤੁਸੀਂ ਉਹ ਕੀ ਕਹਿੰਦੇ ਹੋ, ਇਕੁਇਸਟੇਰੀਅਨ ਕਹਿਤਾ। ਅਤੇ ਉਹ ਫਿਰ ਉਹੀ ਗੱਲ, ਸਾਡਾ ਸਾਰਾ ਹੀ ਏਜੰਡਾ, ਸਾਡਾ ਸਾਰਾ ਹੀ ਇਤਿਹਾਸ ਹਾਈਜੈਕ ਹੀ ਹੋ ਗਿਆ ਜੀ। ਸਰ, ਮੇਰਾ ਆਖਰੀ ਸਵਾਲ ਆ ਕਿ ਜਦੋਂ ਵੀ ਕੋਈ ਸਿੱਖ ਗੱਲ ਕਰਦਾ, ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਜੀ। ਜਦ ਅਸੀਂ ਕਿਸੇ ਮੋਰਚੇ 'ਚ ਡਟ ਜਾਂਦੇ ਹੈਗੇ ਨੇ, ਇਹ ਕਹਿੰਦੇ ਦਸ਼ਮ ਪਾਤਸ਼ਾਹ ਦੇ ਪੁੱਤ, ਅਸੀਂ ਦਸ਼ਮ ਪਾਤਸ਼ਾਹ ਦੇ ਪੁੱਤ ਆ ਜੀ। ਕਿਸਾਨੀ ਅੰਦੋਲਨ ਨੂੰ ਉਸ ਦਸਮ ਪਾਤਸ਼ਾਹ ਦੇ ਜਿਹੜੇ ਆਪਣੇ ਆਪ ਨੂੰ ਪੁੱਤ ਖਾਉਂਦੇ ਜਾਂ ਉਹਨਾਂ ਦਾ ਜਿਹੜਾ ਸੰਕਲਪ ਆ, ਉਹਨੂੰ ਅਸੀਂ ਜੋੜ ਕੇ ਦੇਖ ਸਕਦੇ ਜੀ? ਦੇਖੋ, ਇਸ ਦੇ ਵਿੱਚ ਗੱਲ ਦਸਵੇਂ ਪਾਤਸ਼ਾਹ ਦੇ ਪੁੱਤ ਬੜੀ ਵੱਡੀ ਗੱਲ ਹੈ ਜੀ, ਪਰ ਇਸ ਦੇ ਵਿੱਚ ਮੈਂ ਇੱਕ ਸੰਕਲਪ ਹੋਰ ਨਾ ਤੁਹਾਨੂੰ ਐਡ ਕਰਾਂ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੁਨੀਆ ਦੇ ਧਰਮ ਦੇ ਇਤਿਹਾਸ ਵਿੱਚ, ਜਿਹਨੂੰ ਥਿਓਲੋਜੀ ਕਹਿੰਦੇ ਆ, ਉਸ ਦੇ ਵਿੱਚ ਦਿੱਤਾ, ਦੇ ਰਹਿਤ ਗੁਰੂ। ਸ਼ਬਦ ਗੁਰੂ ਨੂੰ ਉਹਨਾਂ ਨੇ ਗੁਰਗੱਦੀ ਦਿੱਤੀ। ਤਾਂ ਜਿਹੜੇ ਹੁਣ ਕਹਿੰਦੇ ਅਸੀਂ ਦਸਵੇਂ ਪਾਤਸ਼ਾਹ ਦੇ ਪੁੱਤਰ ਹੈ, ਉਹ ਕੀ ਪਹਿਲਾਂ ਜਿਹੜਾ ਦੇਹਧਾਰੀ ਗੁਰੂ ਨੂੰ ਉਹਨਾਂ ਨੇ ਤੁਹਾਨੂੰ ਪਿਤਾ ਬਣਾ ਕੇ ਤੁਹਾਡੀ ਵਿਰਾਸਤ ਕਾਇਮ ਕਰ ਗਏ,
ਕੀ ਉਸ ਨੂੰ ਉਹ ਸਮਝਦੇ ਆ, ਕੀ ਉਸ ਦੇ ਫਲਸਫੇ ਨੂੰ ਸਮਝਦੇ ਆ, ਕੀ ਉਸ ਤੋਂ ਜੀਵਨ ਸੇਧ ਲੈਂਦੇ ਆ, ਕੀ ਉਹਨਾਂ ਦੀ ਜੀਵਨ ਸ਼ੈਲੀ ਉਸ ਉਹਨਾਂ ਮਹਾਨ ਅਸੂਲਾਂ ਦੀ ਧਾਰਨੀ ਹੈਗੀ ਹੈ। ਤਾਂ ਜੇ ਨਹੀਂ ਹੈ ਤਾਂ ਫਿਰ ਬਈ ਅਸੀਂ 10ਵੇਂ ਪਾਤਸ਼ਾਹ ਦੇ ਪੁੱਤ ਹੈ, ਨਾਰਾ ਬਹੁਤ ਹੈ ਤੇ ਕਰਮ ਛੋਟਾ ਹੈ। ਨਾਰਾ ਵੱਡਾ ਹੈ, ਕਰਮ ਛੋਟਾ ਹੈ। ਜਾਂਦੇ ਜਾਂਦੇ ਕੋਈ ਸਵਾਲ ਹੈ ਕਿ ਤੁਸੀਂ 9 ਸ਼ਤਾਬਦੀਆਂ ਤੁਹਾਡੀ ਤਜਰਬਾ ਤੁਸੀਂ ਉੱਥੋਂ ਕੀਤਾ ਗਿਆ, ਕਰਵਾਈਆਂ ਵੀ ਹੈਗੀਆਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰੋਲ ਹੁੰਦਾ, ਸੂਬਾ ਸਰਕਾਰਾਂ ਦਾ ਵੱਡਾ ਰੋਲ ਹੁੰਦਾ। ਹਰ ਸ਼ਤਾਬਦੀ ਦੇ ਵਿੱਚ ਅਸੀਂ ਇੱਕ ਸੰਕਲਪ ਲੈ ਕੇ ਚੱਲਦੇ ਹਾਂ ਕਿ ਇਹ ਜਿਹੜੀ ਸ਼ਤਾਬਦੀ ਇਸ ਵਾਰ ਸਮਰਪਿਤ ਹੋਈ, ਆ ਸਾਡਾ ਅਗਲਾ ਮਿਸ਼ਨ ਹੋਏਗਾ। ਸ਼ਤਾਬਦੀ ਤਾਂ ਅਸੀਂ ਮਨਾ ਲੈਂਦੇ ਹੈਗੇ ਨੇ, ਜ਼ੋਰਾਂ ਸ਼ੋਰਾਂ ਦੇ ਨਾਲ ਮਨਾਉਂਦੇ, ਬੜੇ ਉਤਸ਼ਾਹ ਦੇ ਨਾਲ ਮਨਾਉਂਦੇ, ਪਰ ਜਿਹੜਾ ਅਸੀਂ ਸ਼ਤਾਬਦੀ 'ਚ ਇੱਕ ਮਿਸ਼ਨ ਲੈ ਕੇ ਚੱਲਦੇ ਨਾ, ਉਹ ਪਿੱਛੇ ਰਹਿ ਜਾਂਦਾ ਹੈਗਾ ਜੀ। ਦੇਖੋ, ਬਿਲਕੁਲ ਤੁਸੀਂ ਠੀਕ ਕਿਹਾ, ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ। ਤੇ ਚੋਰ ਦੀ ਮਾਂ ਕੋਠੀ 'ਚ ਮੂੰਹ, ਇਸ ਪੱਖੋਂ ਮੈਂ ਵੀ ਸ਼ਰਮਿੰਦਾ ਹੈ ਕਿਉਂਕਿ ਜੇ ਮੈਂ ਉਸ ਵੇਲੇ ਨੋਡਲ ਅਫਸਰ ਬਣਿਆ ਸੀ, ਹਾਲਾਂਕਿ ਨਗਾਰਖਾਨੇ 'ਚ ਤੂਤੀ ਜਿੰਨੀ ਆਵਾਜ਼ ਹੁੰਦੀ ਹੈ, ਸਰਕਾਰ ਦੇ ਵਿੱਚ ਅਫਸਰ ਦੀ ਇੰਨੀ ਕੁ ਆਵਾਜ਼ ਹੁੰਦੀ ਜਿੰਨੀ ਨਗਾਰਖਾਨੇ 'ਚ ਤੂਤੀ ਦੀ ਹੁੰਦੀ ਹੈ। ਤਾਂ ਪਰ ਧੰਨ ਭਾਗ ਮੇਰੇ ਕੋਈ ਸੰਸਕਾਰ, ਮੇਰੇ ਮਾਤਾ ਪਿਤਾ ਤੋਂ ਮਿਲੇ ਸੰਸਕਾਰ ਕਿ ਮੇਰੀ ਡਿਊਟੀ ਪਹਿਲੀ ਸ਼ਤਾਬਦੀ ਜਿਹੜੀ ਸੀ ਖਾਲਸਾ ਸਿਰਜਣਾ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਡਿਊਟੀ ਲੱਗੀ, ਅਤੇ ਉਸ ਤੋਂ ਬਾਅਦ ਦੀਆਂ 8 ਇਤਿਹਾਸਕ ਸ਼ਤਾਬਦੀਆਂ ਵੇਲੇ ਅੱਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਨ ਤੋਂ ਮੇਰੀ ਡਿਊਟੀ ਲੱਗ ਗਈ। ਪਰ ਜਿੱਥੋਂ ਤੱਕ ਤੁਹਾਡਾ ਇਸ਼ਾਰਾ ਹੈ ਸਮੇਂ ਦਾ, ਉਹਦੇ ਮੁਤਾਬਕ ਮੈਂ ਹੁਣ ਇੰਨੀ ਕੁ ਗੱਲ ਕਹੂੰਗਾ, ਇਹਦੇ 'ਚ ਬਹਿਸ ਮੁਬਹਿਸਾ ਨਾ ਛਿੜ ਜੇ ਕਿ ਮੇਰੇ ਵੀਰ ਅਸੀਂ ਸ਼ਤਾਬਦੀਆਂ ਤਾਂ ਮਨਾਈਆਂ, ਪਰ ਸ਼ਤਾਬਦੀਆਂ ਦਾ ਜਿਹੜਾ ਇਥੋਸ ਪੈਥੋਸ ਸੰਕਲਪ, ਇਥੋਸ ਤੇ ਪੈਥੋਸ ਹੁੰਦਾ ਹੈ, ਉਸ ਦਾ ਬੌਧਿਕ ਪੱਖ ਇਥੋਸ ਤੇ ਉਹਦਾ ਭਾਵਨਾਤਮਕ ਪੱਖ ਪੈਥੋਸ, ਉਸ ਨੂੰ ਬਿਲਕੁਲ ਨਹੀਂ ਕੀਤਾ। ਸਿਆਸੀ ਰੋਟੀਆਂ ਉਦੋਂ ਵੱਧ ਲਾਉਂਦੇ ਰਹੇ ਆ ਤੇ ਹੁਣ ਵੀ ਲਾਈ ਜਾ ਰਹੇ ਆ। ਇੱਥੇ ਕਾਰਗਿਲ ਦੀ ਲੜਾਈ ਹੋ ਜੇ ਤਾਂ ਵੀ ਸਿਆਸਤ ਹਾਵੀ ਹੈ, ਇੱਥੇ ਕਿਸਾਨ ਅੰਦੋਲਨ ਹੋ ਜੇ ਤੇ ਤਾਂ ਵੀ ਇਤਿਹਾਸਕ ਜਿਹੜਾ ਹੈਗੀ ਹੈ ਸਾਡੀ ਆਪਣੀ ਗਰਜ਼ਾਂ ਤੇ ਆਪਣੀ ਸਿਆਸਤ ਹੈ ਉਹ ਹਾਵੀ ਹੈ। ਚਾਹੀਦਾ ਤਾਂ ਜੇ ਹੈ ਕਿ ਜੇ ਅਸੀਂ ਕਿਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੱਕ ਦੇ ਫਲਸਫੇ ਦੇ ਧਾਰਨੀ ਹੋ ਜਾਈਏ, ਗੁਰੂ ਦੇ ਸਿੱਖ ਹੋ ਜਾਈਏ, ਤਾਂ ਇਸ ਕੌਮ ਵਰਗੀ ਕੌਮ ਪਹਿਲੀ ਗੱਲ ਤਾਂ ਹੈ ਨਹੀਂ। ਜੇ ਹੈ ਤਾਂ ਉਹ ਇੱਕ ਜਾਂ ਦੋ ਹੀ ਇਹੋ ਜਿਹੀਆਂ ਕੌਮਾਂ ਹੋਣਗੀਆਂ, ਅਤੇ ਸਾਨੂੰ ਆਪਣੀ ਕੌਮ 'ਤੇ ਮਾਣ ਸਵਿਮਾਨ ਹੋਣਾ ਚਾਹੀਦਾ। ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ। ਇਹ ਬਹੁਤ ਹੀ ਇਹਨਾਂ ਦਾ ਤਜਰਬਾ, ਔਰ ਜਿਸ ਤਰ੍ਹਾਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਲਾਜ਼ਮੀ ਤੌਰ 'ਤੇ ਅੱਜ ਕਈਆਂ ਨੂੰ ਵੀ ਪਤਾ ਲੱਗਾ ਹੋਏਗਾ, ਖਾਸ ਕਰਕੇ ਮੈਨੂੰ ਵੀ ਮਹਿਸੂਸ ਹੋਇਆ ਗਾ ਕਿ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਉਹਨਾਂ ਦੀ ਦੇਣ ਆ ਕੌਮ ਵਾਸਤੇ, ਮਾਨਵਤਾ ਵਾਸਤੇ, ਉਹ ਦੇਣ ਬਹੁਤ ਵੱਡੀ ਆ। ਪਰ ਮਸਲਾ ਇਹ ਆ ਕਿ ਅਸੀਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦੇ ਆ, ਸਿੰਘ ਕਹਾਉਂਦੇ ਆ, ਪਰ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਆ ਉਹਨਾਂ ਨੂੰ ਲਾਗੂ ਕਰਨ 'ਚ ਅਸੀਂ ਕਿਤੇ ਨਾ ਕਿਤੇ ਕੰਨੀ ਕਤਰਾ ਜਾਂਦੇ ਹਾਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਬੀ ਨਿਊਜ਼, ਚੰਡੀਗੜ੍ਹ।